ਕਾਲ ਜੀ ਸਾਰਿਆਂ ਨੂੰ। ਜੋਤੀ ਸਰ ਮੰਦਰ ਕੁਰੂਕਸ਼ੇਤਰ ਦੇ ਨੇੜੇ ਹੈ ਤੇ ਇੱਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਦਿੱਤਾ ਸੀਗਾ। ਜਦੋਂ ਉਹ ਜੰਗ ਦੇ ਮੈਦਾਨ ਦੇ ਵਿੱਚ ਹਥਿਆਰ ਛੁੱਟ ਗਿਆ ਸੀਗਾ, ਦੇਖ ਕੇ ਸਾਰੇ ਮੇਰੇ ਤਾਂ ਆਪਣੇ ਹੈਗੇ ਤੇ ਉਹ ਫਿਰ ਭਗਵਾਨ ਕ੍ਰਿਸ਼ਨ ਜੀ ਨੇ ਇੱਥੇ ਉਪਦੇਸ਼ ਦਿੱਤਾ ਸੀਗਾ ਉਹਨਾਂ ਨੂੰ। ਤੇ ਆਪਾਂ ਇੱਥੇ ਦੇਖਦੇ ਹਾਂ ਸਾਰਾ ਕੁਝ, ਇਹ ਤੁਹਾਨੂੰ ਦਿਖਾਉਂਦੇ ਆ। ਇਹ ਇੱਥੇ ਇਤਿਹਾਸ ਆ ਲਿਖਿਆ ਵਾ, ਤੁਸੀਂ ਸਕਰੀਨਸ਼ਾਟ ਲੈ ਕੇ ਆਪੇ ਪੜ੍ਹ ਲਿਓ। ਤੇ ਇੱਥੇ ਇਸ ਜਗ੍ਹਾ ਤੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਹ ਜਿਹੜਾ ਹੈਗਾ ਇੱਧਰ ਮੇਨ ਸਥਾਨ ਹੈਗਾ, ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀਗਾ। ਇੱਥੋਂ ਸਾਰਾ ਇਸ ਏਰੀਏ ਦੇ 22-23 ਕਿਲੋਮੀਟਰ ਦੇ ਇਰਦ ਗਿਰਦ ਖੁੱਲ੍ਹਾ ਮੈਦਾਨ ਸੀਗਾ ਉਦੋਂ, ਜਿੱਥੇ ਯੁੱਧ ਸਥਲ ਸੀਗਾ ਤੇ ਜਿੱਥੇ ਇਹ ਮਹਾਭਾਰਤ ਦਾ ਯੁੱਧ ਕੌਰਵਾਂ ਦੇ ਪਾਂਡਵਾਂ ਦੇ ਵਿੱਚ ਹੋਇਆ ਮੰਨਿਆ ਜਾਂਦਾ ਹੈਗਾ। ਇਹ ਉਹ ਸਥਾਨ ਆ। ਹੁਣ ਆਪਾਂ ਇਹ ਸਥਾਨ ਨੂੰ ਐਕਸਪਲੋਰ ਕਰਾਂਗੇ। ਆਓ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਜਾਂਦੇ ਅੱਗੇ ਦੇ ਅੱਗੇ। ਇਹ ਉਹ ਸਥਾਨ ਤੁਸੀਂ ਦੇਖ ਰਹੇ ਹੋ। ਤੁਹਾਡੀ ਸਕਰੀਨ ਤੇ ਸਾਰਾ ਆ ਰਿਹਾ ਹੈ। ਇਹ ਕੱਲ੍ਹ ਇੱਥੇ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇੱਥੇ ਆਏ ਸੀਗੇ ਤੇ ਇਹ ਨਵਾਂ ਬਣਿਆ ਹੈਗਾ ਜਿਹੜਾ ਪਰਿਸਰ, ਕੋਈ ਉਹਦਾ ਉਦਘਾਟਨ ਕਰਕੇ ਗਏ ਸੀਗੇ। ਆਪਾਂ ਉਹ ਵੀ ਦੇਖਾਂਗੇ। ਇਹ ਜਿਹੜਾ ਸਾਹਮਣੇ ਤੁਹਾਨੂੰ ਦਿਖਾ ਰਿਹਾ, ਦੇਖੋ ਇਹ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਦੋਂ ਅਰਜਨ ਨੂੰ ਉਹ ਉਪਦੇਸ਼ ਦੇ ਰਹੇ, ਉਦੋਂ ਵਿਰਾਟ ਰੂਪ ਦੇ ਵਿੱਚ ਉਹਨੂੰ ਦਿਖਾਈ ਦਿੱਤਾ, ਸਾਰਾ ਕੁਝ ਦਿਖਾਇਆ ਸੀ ਨਾ, ਉਹ ਸਾਹਮਣੇ ਹੈ। ਇਹਦੇ ਸਾਰੇ ਪਾਸੇ ਮਤਲਬ ਉਹ ਲਿਖਿਆ ਵੀ ਹੈਗਾ ਵੀ ਕੀ ਕੁਛ ਹੋਇਆ ਹੈਗਾ, ਪੜ੍ਹ ਵੀ ਸਕਦੇ ਹੋ ਤੁਸੀਂ। ਤੇ ਇਹਦੇ ਬਾਰੇ ਜ਼ਿਆਦਾ ਥੋੜ੍ਹੀ ਜਾਣਕਾਰੀ ਮੈਡਮ ਹਰਬੰਸ ਨੂੰ ਬੇਨਤੀ ਕਰਦੇ ਆ, ਉਹ ਦੇਣਗੇ। ਹਾਂਜੀ, ਇਹ ਨਾ ਜਦੋਂ ਮਤਲਬ ਕਿ ਅਰਜਨ ਦੁੱਧ ਦੇ ਖੇਤਾਂ ਵਿੱਚ ਆਪਦਾ ਦੇਖਦਾ ਨਾ ਵੀ ਸਾਰੇ ਮਤਲਬ ਕਿ ਮੇਰੇ ਆਪਦੇ ਹੀ ਬੈਠੇ ਆ, ਚਾਚੇ ਤਾਏ ਜਾਂ ਮੇਰੇ ਭਰਾ ਸਾਰੇ ਆਪਦੇ ਹੀ ਬੈਠੇ ਆ, ਤੇ ਵੀ ਮੈਂ ਇਹਨਾਂ ਨੂੰ ਮਾਰ ਕੇ ਜੇ ਰਾਜ ਹਾਸਲ ਕੀਤਾ ਤਾਂ ਕੀ ਕੀਤਾ, ਵੀ ਉਹ ਨਹੀਂ ਚਾਹੁੰਦਾ ਸੀ ਇਸ ਨੂੰ, ਉਹ ਹਥਿਆਰ ਸੁੱਟ ਦਿੰਦਾ। ਤੇ ਉਸ ਸਮੇਂ ਕ੍ਰਿਸ਼ਨ ਜੀ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੰਦੇ ਆ। ਤੇ ਇੱਥੇ ਬੋਰਡ ਵੀ ਇਹਦੇ ਵਿੱਚ ਦਿਖਾਵਾਂਗੇ ਜਿੱਥੇ ਮਤਲਬ ਕਿ ਉਪਦੇਸ਼ ਦਿੱਤਾ ਗਿਆ ਸੀ। ਗੁਰੂ ਆਪਣੇ ਕ੍ਰਿਸ਼ਨ ਜੀ ਨੇ ਆਪਾਂ ਨੂੰ ਅਰਜਨ ਨੂੰ ਉਪਦੇਸ਼ ਦਿੱਤਾ ਸੀ। ਤੇ ਇਹਦੇ ਵਿੱਚ ਜਦੋਂ ਉਹ ਨਹੀਂ ਹਜੇ ਮੰਨਦਾ ਤਾਂ ਉਹਨੂੰ ਵਿਰਾਟ ਸਰੂਪ ਦਿਖਾਉਂਦੇ ਆਪਦਾ। ਤੇ ਉੱਥੋਂ ਭਗਵਾਨ ਬਾਰੇ ਬਾਤ ਪਤਾ ਲੱਗਦੇ ਵੀ ਉਹ ਤਾਂ ਕਹਿੰਦੇ ਵੀ ਇਹ ਤਾਂ ਤੂੰ ਤਾਂ ਇੱਕ ਜਰੀਆ, ਮਤਲਬ ਅਰਜਨ ਨੂੰ ਕਹਿੰਦਾ ਇੱਕ ਜਰੀਆ, ਤੂੰ ਤਾਂ ਇਹਨਾਂ ਨੂੰ ਮਾਰਨ ਦਾ, ਮਾਰੇ ਤਾਂ ਪਹਿਲਾਂ ਹੀ ਪਿਆ। ਤੇ ਜਦੋਂ ਉਹ ਦੇਖਦੇ ਆ ਵੀ ਲੱਖਾਂ ਹੀ ਉਹਦੇ ਅੰਦਰ ਮਤਲਬ ਕਿ ਖਾਦੇ ਜਾ ਰਹੇ ਆ, ਕਾਰੂ ਦੇ ਵਿੱਚ ਜਾ ਰਹੇ ਆ ਅੰਦਰ, ਤੇ ਮਰੇ ਤਾਂ ਮਤਲਬ ਕਿ ਪਹਿਲਾਂ ਹੀ ਪਿਆ। ਇਸ ਕਰਕੇ ਇੱਕ ਜਰੀਆ ਮਤਲਬ ਕਿ ਹੁੰਦਾ ਵੀ ਤੂੰ ਤਾਂ ਇੱਕ ਜਰੀਆ ਬਣਨਾ ਵੀ ਇਹਨੂੰ ਮਾਰ। ਤੇ ਉਹ ਉਹਨਾਂ ਨੂੰ ਮਤਲਬ ਕਿ ਉਪਦੇਸ਼ ਮਤਲਬ ਕਿ ਇਸ ਤਰ੍ਹਾਂ ਦਿੰਦੇ ਆ। ਤੇ ਉਹ ਵਿਰਾਟ ਸਰੂਪ ਇੱਥੇ ਮਤਲਬ ਕਿ ਦਿਖਾਇਆ ਗਿਆ ਵੀ ਕ੍ਰਿਸ਼ਨ ਜੀ ਨੇ ਵਿਰਾਟ ਸਰੂਪ ਆਪਦਾ ਦਿੰਦੇ ਆ। ਤੇ ਉੱਥੋਂ ਮਤਲਬ ਕਿ ਉਹਨਾਂ ਨੂੰ ਅਰਜਨ ਪਤਾ ਲੱਗਦਾ ਵੀ ਇਹ ਭਗਵਾਨ ਦਾ ਕਿੰਨੇ ਵਿਸਾਲ ਸਕਦੇ ਆ, ਕਿੰਨਾ ਮਤਲਬ ਕਿ ਹੈਗਾ ਤੇ ਕੀ ਹੈਗਾ ਪਰਮਾਤਮਾ ਵਰਗੇ ਪਰਮਾਤਮਾ ਰੂਪ। ਤੇ ਉਹ ਸਮੇਂ ਤੋਂ ਬਿਲਕੁਲ ਉਹੀ ਹੈ ਨਾ। ਹਾਂ, ਵੀ ਜਿਵੇਂ ਕਿ ਕਹਿੰਦੇ ਜਿਨ੍ਹਾਂ ਦੇ ਤੂੰ ਲੜਦਾ ਹੈਗਾ, ਉਹ ਕਹਿੰਦਾ ਵੀ ਸਾਰੇ ਤਾਂ ਮੇਰੇ ਆਪਣੇ ਆ। ਭਗਵਾਨ ਕ੍ਰਿਸ਼ਨ ਜੀ ਨੇ ਉਹੀ ਉਪਦੇਸ਼ ਦਿੱਤਾ ਵੀ ਜੇ ਆਪਣੇ ਹੁੰਦੇ ਤਾਂ ਸਾਹਮਣੇ ਕਿਉਂ ਹੁੰਦੇ, ਜਾਂ ਫਿਰ ਹੈਗਾ ਵੀ ਇਹ ਤਾਂ ਪਹਿਲਾਂ ਹੀ ਮਰੇ ਪਏ ਨੇ, ਜਿਹੜੇ ਉਹ ਦਿਖਾਇਆ ਰੂਪ ਵਿਰਾਟ ਰੂਪ ਦੇ ਵਿੱਚ, ਵੀ ਤੂੰ ਤਾਂ ਇੱਕ ਜਰੀਆ ਬਣੇ। ਉਹ ਸਾਹਮਣੇ ਜਿਹੜਾ ਹੈਗਾ ਮਤਲਬ ਉਹ ਬ੍ਰਿਕਸ ਵਾਲੇ ਥਾਂ ਹੈਗਾ, ਉਸ ਜਗ੍ਹਾ ਤੇ ਬੈਠ ਕੇ ਉਹਨਾਂ ਨੂੰ ਕ੍ਰਿਸ਼ਨ ਨੇ, ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਉਹ ਉਪਦੇਸ਼ ਦਿੱਤਾ ਸੀਗਾ, ਜਿਹੜਾ ਕਿਹਾ ਜਾਂਦਾ ਹੈ ਗੀਤਾ ਦਾ ਉਪਦੇਸ਼। ਮਤਲਬ ਇੱਕ ਗਾਈਡ ਦੇ ਤੌਰ ਤੇ ਕਹਿ ਲਈਏ ਜਾਂ ਮਿੱਤਰ ਹੈ, ਤੇ ਉਹ ਅਨਿਲ ਸ਼ਰਮਾ ਜੀ ਆਪਣੇ ਨਾਲ ਨੇ। ਇਹਨਾਂ ਤੋਂ ਜਾਣਕਾਰੀ ਬੱਚਿਆਂ ਨੂੰ ਬੇਨਤੀ ਕੀਤੀ ਹੈਗੀ। ਵੈਸੇ ਤਾਂ ਇਹਨਾਂ ਦੀ ਕਹਿੰਦੇ ਇਹ ਸਾਡੀ ਡਿਊਟੀ ਹੈ ਸੇਵਾ ਦੀ, ਵੀ ਉਹ ਇਸ ਸਥਾਨ ਦੇ ਮਹੱਤਵ ਬਾਰੇ ਜੋ ਵੀ ਇਤਿਹਾਸ ਹੈ ਉਹਦੇ ਬਾਰੇ ਦੱਸਦੇ ਨੇ। ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਸੰਖੇਪ ਦੇ ਵਿੱਚ ਸਾਨੂੰ ਜਾਣਕਾਰੀ ਦੇ ਦਿਓ। ਹਾਂਜੀ, अनिल शर्मा जी। कृष्ण भगवान की जय। तो बच्चों, आप सभी का ज़्यादा समय ना लेते हुए सिर्फ 5 या 4 मिनट के लिए इधर का महत्व सभी को सुनाते हैं कि आज हम जिस कुरुक्षेत्र की पवित्र भूमि पर आए हैं, इस पवित्र भूमि का नाम है ज्योति सर। ज्योति मैंने प्रकाश, यानी कि भगवान कृष्ण जी ने इधर में ज्ञान की ज्योति जलाई गई थी, और इस सरोवर का नाम पड़ा है ज्ञान का सरोवर, और इन दोनों को मिलाकर के बना इस गांव का नाम ज्योति शहर। बच्चों, अभी आप मंदिर पे दर्शन करके आए हैं, उधर में मंदिर है, रथ के सामने आदि गुरु शंकराचार्य मंदिर। ये जो आदि गुरु शंकराचार्य जी थे,
ये शंकर भगवान जी के अवतारी थे कि जितने भी हमारे प्राचीन मंदिर हुए हैं या चारों धाम हुए हैं, सभी की जो खोज की थी आदि गुरु शंकराचार्य जी ने की थी। आज से 1300 वर्ष पहले जब उन्होंने पूरे भारत को घूमा और पूरे मंदिरों की खोज की, तो घूमते घूमते यहाँ पर भी आए और उन्होंने इधर में बैठ के पूरा मेडिटेशन किया, ध्यान किया, महसूस किया और फिर उन्होंने कह दिया कि जो भगवान कृष्ण जी ने गीता सुनाई थी वो ठीक इसी जगह पर ही सुनाई गई थी। और ये कौरव और पांडवों के दोनों सेनाओं के बीच का वो मध्यम स्थान माना जाता है, यानी कि सेंटर पॉइंट, कि जब युद्ध के समय में, रण के समय में कौरव और पांडव आमने सामने युद्ध के लिए खड़े थे, तो अर्जुन कहने लगे भगवान कृष्ण जी को कि प्रभु मुझे ऐसे स्थान पर लेकर के जाइए जहां से मैं दोनों सेनाओं को मध्यम भूमि से देख सकूं। तब श्री कृष्ण भगवान जी अर्जुन को इस स्थान पर लेकर के आए थे और सामने खड़ी सेनाओं में अपने भाई बंधुओं को देख करके अर्जुन को यहाँ पर मोह हो गया था कि मेरे काका, मेरे दादा, मेरे भाई, मेरे बंधु, मेरे गुरुजन तो अपने हैं प्रभु, मैं मारूं तो किसको मारूं। तब भगवान श्री कृष्ण जी ने कहा था कि अर्जुन आज आप इन कौरवों को मारो ना मारो, लेकिन मारे इधर में सभी जाएंगे। हे अर्जुन, आज मैं आपको ऐसी दिव्य दृष्टि देने जा रहा हूँ जो बड़े बड़े महान ऋषि मुनियों ने मेरे लिए जप किए गए हैं, तप किए गए हैं, योग किए गए हैं। अर्जुन, ऐसी दिव्य दृष्टि मैंने उनको नहीं दिया जो मैं आज आपको देने जा रहा हूँ। तो बच्चों, रथ के पास जो पेड़ खड़े हैं, ठीक उसी के सामने भगवान कृष्ण जी ने अर्जुन को गीता सुनाई थी। और गीता सुनाते समय वो पेड़ भी सदा सदा के लिए अमर हो गए थे, दिव्य हो गए थे। और तभी उस पेड़ का नाम पड़ा है अक्षयवट। अक्षय मैंने जिसका क्षय ना हो, जो सदा सदा के लिए जिंदा रहता है, अमर रहता है, उसको हम अक्षयवट कहते हैं। युद्ध की शुरुआत भी इसी जगह से हुई थी और अर्जुन को विराट स्वरूप के दर्शन भी। ये 48 कोस 156 किलोमीटर का रणभूमि है भाई, जिसमें 5 जिले बन गए हैं आज: कुरुक्षेत्र, करनाल, पानीपत, जींद और कैथल। जींद जिले में गांव पड़ता है सर पांडु पिंडारा, जहां पर युद्ध समाप्त हो गया था। कहते हैं कि वहां कौरवों के पिंडदान भी किए थे। और इस रणभूमि के अंदर 18 दिन तक युद्ध हुआ था, जिसके कारण यहाँ की मिट्टी लाल हो गई थी। लेकिन आज दूर दराज से श्रद्धालु आते हैं, सभी का एक ही सवाल रहता है कि हमें वो लाल मिट्टी तो बताइए कि किधर है। आज हमारे खेतों में तो कभी कभी गहरी खुदाई होती है या बोर का काम होता है तो लाल मिट्टी नजर आती है, लेकिन आमतौर पे दिखाई नहीं देती। तो गीता में 18 अध्याय हैं, 700 श्लोक हैं। और पहले इस श्लोक में लिखा है कि धर्म क्षेत्रे कुरुक्षेत्रे समवेतायुत्सवा माम का पांडवस्य च किम करोति संजय। यानी महाभारत के युद्ध से भी पहले बच्चों इस कुरुक्षेत्र की भूमि को धर्म क्षेत्र कहा जाता है। ये कौरव और पांडवों के जो 17 पीढ़ी पहले के पूर्वज थे, राजा कुरु के नाम से ही कुरुक्षेत्र का नाम पड़ा। और राजा कुरु को किसी ऋषि का श्राप लगा हुआ था कि रात को पत्थर के बन जाते थे, दिन में पुनः जीवित हो जाते थे। कहते हैं कि राजा कुरु शिकार खेलते खेलते क्षेत्र में आए और चलाए हुए बाण इस तीर्थ के अंदर चला गया। इस रणभूमि के अंदर 182 तीर्थ है जी। शाम के समय से पहले राजा को घर लौटना होता था, आत्मरक्षा के लिए उस बाण को अपने साथ ले गए। बाण पर जो तीर्थ की मिट्टी लगी थी हाथ पर भी लगी और हाथ संजीवन रहा, पूरा शरीर पत्थर का था। तो सुबह राजा उठे, इस बात से बड़े प्रभावित हुए कि तीर्थों की मिट्टी से जब मेरा हाथ संजीवन रहता है तो मैं पाप मुक्त, श्राप मुक्त भी हो सकता हूँ। इन्हीं तीर्थों की मिट्टी राजा कुरु ने अपने शरीर पर लगाई थी, जो श्राप मुक्त हो गए थे, पाप मुक्त हो गए थे। तो गीता में भी लिखा है ना, कहते हैं कुरुक्षेत्र की भूमि का धूल मात्र भी लग जाए पवित्र माना जाता है, प्रभु जी पवित्र हो जाता है। तो राजा कुरु ने मुक्ति के लिए जो 8 नियम धर्म बताए गए, सत्कर्म किए, धर्म किए, दान किए, योग किए, भगवान विष्णु जी की अखंड भक्ति की थी, तपस्या की थी और 33 कोटि देवी देवताओं का वरदान मांग लिया। जो रणभूमि के 182 तीर्थों पर वास करते हैं, इसीलिए क्षेत्र को धर्म क्षेत्र भी कहा गया। युद्ध के लिए चुना गया था कि जो भी युद्ध में मारे जाएंगे उनकी मुक्ति हो जाएगी, क्योंकि वामन पुराण के अंदर भी लिखा है, गंगे जले मुक्ति वाराणसी जले स्थले
कुरुक्षेत्रे तीर्था मुक्ति अंतरिक्षे जले स्थले। अंतरिक्ष जल और स्थल में तीनों ही प्रकाश से ये मोक्ष मुक्ति का भी धाम माना जाता है। तो ये भगवान कृष्ण जी का अष्ट धातु का मूर्ति है बच्चों। सबसे पहला जो मुख है वो है राजा बलि, दूसरे नंबर पर नरसिंह अवतार गणेश जी हैं, शंकर भगवान श्री कृष्ण जी, दाढ़ी वाले ब्रह्मा जी हैं, हैग्रीव जो घोड़े वाला मुख है हनुमान जी और परशुराम जी। 10वां जो अवतार माना जाता है भाई कल्कि भगवान जी के रूप में, विष्णु जी के रूप में ये अर्जुन बैठे हैं। भगवान जी ने अपना विराट रूप दिखा दिया था इसी जगह। तो एक परिक्रमा विराट रूप का करते हैं और अमर पेड़ का भी परिक्रमा करते हैं भाई, उसमें जाप किया जाता है। मेरे साथ साथ बोल रहे सभी, ओम नमो भगवते वासुदेवाय, ओम नमो भगवते वासुदेवाय। बोलिए श्री कृष्ण भगवान की जय, क्षेत्र धाम की जय। ऐसी इधर की जानकारी है, ऐसी इधर की कथा है। ਇਹ ਭਗਵਾਨ ਕ੍ਰਿਸ਼ਨ ਨੇ ਆਪਣੇ ਵਿਰਾਟ ਰੂਪ ਦੇ ਵਿੱਚ ਦਿਖਾਇਆ ਸੀ ਕ੍ਰਿਸ਼ਨ ਨੂੰ। ਉਹ ਸਾਰੇ ਪਾਸੇ ਤੋਂ ਇੱਧਰੋਂ ਘੁੰਮ ਕੇ ਤੁਹਾਨੂੰ ਦਿਖਾਉਣਾ ਬੜਾ ਜ਼ਿਆਦਾ ਚੱਕਰ ਲਾ ਕੇ। ਇਹ ਸਾਰੇ ਪਾਸੇ ਤੋਂ ਇੱਦਾਂ ਇਹ ਹੈਗਾ ਪਾਸੇ ਤੇ ਬਣੀਆਂ ਨੇ ਮੂਰਤੀ ਉਸ ਤਰ੍ਹਾਂ ਬਣੀ, ਲਿਖਿਆ ਵੀ ਹੈਗਾ, ਇਤਿਹਾਸ ਲਿਖਿਆ ਵੀ ਹੈਗਾ। ਵੈਸੇ ਉਹ ਗਾਈਡ ਸੀਗਾ ਜਿਹੜਾ ਉਹਨੇ ਮਤਲਬ ਦੱਸ ਵੀ ਦਿੱਤਾ ਹੈਗਾ ਸਾਰਾ। ਇੱਥੇ ਗਾਈਡ ਫ੍ਰੀ ਮਿਲ ਜਾਂਦੇ ਆ ਤੇ ਸਰਕਾਰ ਵੱਲੋਂ ਹੈਗਾ ਜਾਂ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਹੈ ਤੇ ਉਹ ਗਾਈਡ ਫ੍ਰੀ ਮਿਲ ਜਾਂਦੇ, ਉਹ ਕੋਈ ਫੀਸ ਨਹੀਂ ਹੈਗੀ, ਸੇਵਾ ਦੇ ਤੌਰ ਤੇ ਹੀ ਆ। ਇਹ ਜੋ ਮਤਲਬ ਪਤਾ ਲੱਗਿਆ ਹੈਗਾ ਵੀ ਇੱਥੇ ਜਿਹੜਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਚੱਲਦਾ ਹੈਗਾ ਸਾਰੇ ਹੀ ਇਹ ਇਹਨਾਂ ਸ਼ਰਮਾ ਜੀ ਤੋਂ ਹੀ ਜਾਣਕਾਰੀ ਲਈ ਹੈਗੀ ਆ। ਤੇ ਇਹ ਸ਼ਾਮ ਨੂੰ 6:15 ਵਜੇ। ਕਿੰਨੇ ਟਾਈਮ ਦਾ ਉਹ ਚੱਲਦਾ ਹੈ ਜੀ 1 ਘੰਟੇ ਦਾ ਪ੍ਰੋਗਰਾਮ ਹੁੰਦਾ ਜੀ, ਘੰਟੇ ਦਾ ਦੋਨੇ ਪ੍ਰੋਗਰਾਮ ਦਾ ਚੱਲਦਾ, ਠੀਕ ਹੈ ਨਾ। ਹਾਂਜੀ। ਉਹਦੀ ਟਿਕਟ ਕੋਈ? उसकी टिकट 30 रुपये टिकट है। अच्छा, ਉਹਦੀ 30 ਰੁਪਏ ਟਿਕਟ ਹੈਗੀ ਹੈ ਪਰ ਹੈਡ। ਕੋਈ ਕੰਸੈਸ਼ਨ ਬੱਚੋਂ ਕੋ? बच्चों को कंसेशन देंदे हैं 20 रुपए दी हो जाती ਠੀਕ ਹੈ ਨਾ। ਹਾਂ ਉਹ ਹੈਗਾ ਸ਼ਾਮ ਨੂੰ 6:15 ਵਜੇ ਮਤਲਬ ਉਹ ਚੱਲਦਾ ਹੈਗਾ। ਇਹ ਜਿਹੜਾ ਸਾਹਮਣੇ ਦਿਖ ਰਿਹਾ ਤੁਹਾਨੂੰ ਇਹਦੇ 5 ਪੋਰਸ਼ਨ ਨੇ। ਇਹ 2.5-3 ਘੰਟਿਆਂ ਦਾ ਪ੍ਰੋਗਰਾਮ ਵਿੱਚ ਚੱਲਦਾ ਹੈਗਾ। ਇਹਦੀ 200 ਰੁਪਏ ਪਰ ਹੈਡ ਟਿਕਟ ਹੈਗਾ। ਕੱਲ ਹੀ ਇਹਨੂੰ ਮੋਦੀ ਸਾਹਿਬ ਉਦਘਾਟਨ ਕਰਕੇ ਗਏ ਇਹਨਾਂ ਦਾ ਅੱਜ। ਤੇ ਇਹ ਅੰਦਰੋਂ ਤੁਸੀਂ ਦੇਖ ਸਕਦੇ ਹੋ। ਤੇ ਸਾਡੇ ਕੋਲੇ ਮਤਲਬ ਉਹ ਅੱਜ ਬੱਚੇ ਸਰਕਾਰੀ ਸਕੂਲ ਦੇ ਬੱਚੇ ਆ ਸਾਡੇ ਨਾਲ, ਇੰਨੀ ਮਹਿੰਗੀ ਟਿਕਟ ਬੱਚੇ ਨਹੀਂ ਅਫੋਰਡ ਕਰ ਸਕਦੇ ਹੁੰਦੇ। ਤੇ ਤੁਸੀਂ ਦੇਖ ਸਕਦੇ ਹੋ ਉਹਨੂੰ। ਅਸੀਂ ਸਿਰਫ ਬਾਹਰੋਂ ਮਤਲਬ ਉਹ ਕਵਰ ਕੀਤਾ ਹੈਗਾ ਜੀ। ਇੱਥੇ ਬੈਠ ਕੇ ਵੀ ਕੋਈ ਪ੍ਰੋਗਰਾਮ ਚੱਲਦਾ ਰਾਤ ਨੂੰ, ਹਜੇ ਕੱਲ ਹੀ ਉਦਘਾਟਨ ਕਰਕੇ ਗਏ ਨੇ ਮੋਦੀ ਸਾਹਿਬ। ਤੇ ਇੱਥੇ ਬੈਠ ਕੇ ਵੀ ਪ੍ਰੋਗਰਾਮ ਰਾਤ ਨੂੰ ਦੇਖਦੇ ਆ। ਕੋਈ ਲਾਈਟ ਐਂਡ ਸਾਊਂਡ ਪ੍ਰੋਗਰਾਮ ਚੱਲਦਾ, ਇੱਥੇ ਵੀ ਚੱਲਿਆ ਕਰੂਗਾ। ਹਾਂਜੀ, ਇਹ ਸੀਗੀ ਉਹ ਜਗ੍ਹਾ ਜਿੱਥੇ ਸਮਝਿਆ ਜਾਂਦਾ ਹੈਗਾ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀਗਾ ਅਰਜਨ ਨੂੰ। ਇਹ ਉਹੀ ਬੋਹੜ ਦਾ ਦਰਖਤ ਤੇ ਇੱਧਰ ਸਰੋਵਰ ਆ ਨਾਲ ਹੀ ਇਹਦੇ। ਤੇ ਉਮੀਦ ਕਰਦੇ ਆ ਇਹ ਜਿਹੜਾ ਬਲੌਗ ਹੈ, ਵੀਡੀਓ ਹੈ ਅੱਜ ਦਾ, ਤੁਹਾਨੂੰ ਇਹ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ। ਤੇ ਇੱਥੇ ਹੀ ਫਿਰ ਅੱਜ ਦਾ ਆਪਾਂ ਬਲੌਗ ਸਮਾਪਤ ਕਰਦੇ ਹੈਗੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।